किताब विपरण की रीत तो सच दा मार्ग भाग पंजवां। लेखक सरदार गुरबख्श सिंह काला अफगाना। सतवें कांड दा तीजा भाग। तीर ठीक निशाने ते बैठा। आवाज़ गुरजंट सिंह रूपूवाली। वाहिगुरू जी का खालसा वाहिगुरू जी की फतेह। गुरु पंथ दे किसे चलाक वैरी लिखारी दा तीर भावें 88 साल पछड़ के ही चलिया सी, पर बैठा फिर भी ठीक निशाने ते। वार ने अजिही छाल मारी कि 88 साल ਪਹਿਲਾਂ ਵਰਤੇ ਅੰਮ੍ਰਿਤ ਤਿਆਰ ਕਰਨ ਵਾਲੇ ਕੌਤਕ ਦਾ ਹਿੱਸਾ ਬਣ ਕੇ ਸਿੱਧੀ ਸਰਬ ਲੋਕ ਗ੍ਰੰਥ ਦੇ ਵਿੱਚ ਜਾ ਬਿਰਾਜੀ। ਗੁਰਦਾਸ ਨਾਮੀ ਉਸ ਲਿਖਾਰੀ ਦੀ ਵਾਰ ਦੀਆਂ 20 ਪੌੜੀਆਂ ਦੀ ਅਖੀਰਲੀ ਤੁਕ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਸਾਰੇ ਗੁਰੂ ਦਰਬਾਰਾਂ ਵਿੱਚ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਗਾਈ ਜਾਣ ਲੱਗ ਪਈ ਅਤੇ ਆਪਣੀ ਮੱਤ ਅਨੁਸਾਰ ਦਲੀਲਾਂ ਦੇ ਕੇ ਦਸ਼ਮੇਸ਼ ਜੀ ਨੂੰ ਪੰਜਾਂ ਪਿਆਰਿਆਂ ਦਾ ਚੇਲਾ ਸਿੱਧ ਕੀਤਾ ਜਾਣਾ ਪੰਥ ਦੀ ਵਡਮੁੱਲੀ ਸੇਵਾ ਸਮਝੀ ਜਾਣ ਲੱਗ ਪਈ। ਗੁਰੂ ਵਰਗੇ ਅਧਿਕਾਰਾਂ ਦੀ ਬਖਸ਼ਿਸ਼ ਕਰਨ ਵਾਲੇ ਦਿਆਲੂ ਸਤਿਗੁਰੂ ਜੀ ਦਾ ਲੱਖਾਂ ਕਰੋੜਾਂ ਵਾਰ ਧੰਨਵਾਦ ਕਰਦੇ ਰਹਿਣ ਦੇ ਥਾਂ ਅਮਰਧਾਰੀ ਸਿੰਘ ਆਪਣੇ ਅਨੂਪਮ ਗੁਰਦੇਵ ਜੀ ਦਾ ਗੁਰੂ ਬਣ ਬੈਠਾ। ਕਿੱਡੀ ਸਿਰੇ ਦੀ ਗੁਸਤਾਖੀ ਹੈ ਕਿ ਦਸ਼ਮੇਸ਼ ਜੀ ਨੂੰ ਸਿੰਘਾਂ ਦੇ ਭਾਵ ਆਪਣੇ ਸਾਹਮਣੇ ਬੁੱਕ ਅੱਡੀ ਗੋਡਿਆਂ ਪਰਨੇ ਹੋਏ ਦਰਸਾ ਦਿੱਤਾ। ਅਜਿਹੀ ਤਸਵੀਰ ਬਣਾਉਣ ਦਾ ਵਿਚਾਰ ਆ ਜਾਣਾ ਹੀ ਵੱਡੀ ਬਦਕਿਸਮਤੀ ਸੀ, ਕਿਉਂਕਿ ਭਾਵੇਂ ਜਿੰਨੀਆਂ ਮਰਜ਼ੀ ਦਲੀਲਾਂ ਦੇ ਕੇ ਮੁੱਕਰਦੇ ਰਹੀਏ, ਪਰ ਮਨ ਵਿੱਚ ਹੰਕਾਰ ਭਾਵੇਂ ਬੜਾ ਹੀ ਸੂਖਸ਼ਮ ਰੂਪ ਹੋਵੇ, ਪਰ ਹਉਮੈ ਦਾ ਬੀਜ ਪੁੰਗਰ ਪੈਣ ਵਾਲੀ ਅਸਲੀਅਤ ਨੂੰ ਕਿਸੇ ਵੀ ਹਾਲਤ ਵਿੱਚ ਰੱਦ ਨਹੀਂ ਕੀਤਾ ਜਾ ਸਕਦਾ। ਹਉਮੈ ਅਤੇ ਕ੍ਰੋਧ ਜੁੜਵੇਂ ਭਰਾ ਹਨ। ਪੰਜਾਂ ਬਾਣੀਆਂ ਦਾ ਪਾਠੀ ਅਤੇ ਪੰਜਾਂ ਕਕਾਰਾਂ ਦਾ ਧਾਰਨੀ ਜੇ ਲੇਸ ਮਾਤਰ ਵੀ ਹੰਕਾਰੀ ਹੈ ਤਾਂ ਉਹ ਨਾਮ ਵੀ ਹੋਣਾ ਹੈ। ਹਉਮੈ ਨਾਮੇ ਨਾਲ ਵਿਰੋਧ ਅਤੇ ਫਿਰ ਹਉਮੈ ਦੇ ਨਾਲ ਕ੍ਰੋਧੀ ਵੀ ਜ਼ਰੂਰ ਹੈ। ਨਾਮ ਵੀ ਹੋਣੇ ਹੰਕਾਰੀ ਕ੍ਰੋਧੀ ਮਨੁੱਖ ਦਾ ਮੂੰਹ ਇਉਂ ਹੁੰਦਾ ਹੈ ਜਿਵੇਂ ਉਸਨੇ ਮੂੰਹ ਵਿੱਚ ਤੁੰਮਾ ਅੱਕ ਅਥਵਾ ਧਤੂਰਾ ਪਿਆ ਹੁੰਦਾ ਹੈ। ਤੁੰਮੀ ਤੁੰਮਾ ਵਿਸ ਅੱਕ ਧਤੂਰਾ ਨਿੰਮ ਫਲ ਮਨਮੁਖ ਵਸੈ ਤਿਸ ਜਿਸ ਤੂੰ ਚਿਤ ਨ ਆਵਹੀਂ। ਪੰਨਾ 148। ਅਮਰਧਾਰੀਆਂ ਦੀ ਇਸੇ ਕਮੀ ਨੇ ਉਹਨਾਂ ਪ੍ਰਤੀ ਲੋਕਾਂ ਦੇ ਮਨ ਵਿੱਚ ਪਹਿਲਾ ਬਣਿਆ ਸਤਿਕਾਰ ਢਿੱਲਾ ਕਰ ਦਿੱਤਾ ਹੈ। ਜਦ 88 ਸਾਲ ਪਿੱਛੋਂ ਲਿਖੀ ਵਾਰ ਦੇ ਕਾਰਨ ਸਿੱਖ ਨੂੰ ਦਸ਼ਮੇਸ਼ ਜੀ ਦਾ ਗੁਰੂ ਬਣ ਬੈਠਣ ਦੀ ਗੱਲ ਝੱਲੀ ਬੈਠਾ ਵੇਖ ਲਿਆ, ਤਾਂ ਫਿਰ ਇੱਕ ਹੋਰ ਕਵੀ ਨੇ ਵੀ ਚਮਤਕਾਰ ਵਿਖਾਉਣ ਦੀ ਸੋਚ ਲਈ। ਉਸ ਦੇ ਗੀਤ ਵਿੱਚ ਦਇਆ ਸਿੰਘ ਕਹਿ ਰਿਹਾ ਹੈ, ਹੇ ਕਲਗੀਧਰ, ਅਸਾਂ ਆਪਣੇ ਸਿਰ ਦੇ ਵੱਟੇ ਅੰਮ੍ਰਿਤ ਲਿਆ ਹੈ, ਹੁਣ ਤੂੰ ਦੱਸ ਅੰਮ੍ਰਿਤ ਦੇ ਵੱਟੇ ਸਾਨੂੰ ਕੀ ਦੇਵੇਂਗਾ। ਹੈਂਕੜਬਾਜੀ ਦੀ ਹੱਦ ਹੋ ਗਈ। ਜਿਸ ਦੀ ਦਾਤ ਸੀ, ਜੇ ਉਸ ਨੇ ਥੋੜ੍ਹੀ ਜਿਹੀ ਮੰਗ ਲਈ ਤਾਂ ਉਸ ਪਰਉਪਕਾਰੀ ਗੁਰੂ ਕੋਲੋਂ ਮੁੱਲ ਮੰਗਿਆ ਜਾ ਰਿਹਾ ਹੈ। ਗੀਤਕਾਰ ਦੇ ਗੀਤਾਂ ਵਿੱਚ ਅੱਗੋਂ ਦਸ਼ਮੇਸ਼ ਜੀ ਕਹਿ ਰਹੇ ਹਨ, ਹੇ ਪਿਆਰੇ ਦਇਆ ਸਿੰਘਾ, ਤੂੰ ਤਾਂ ਕੇਵਲ ਆਪਣਾ ਹੀ ਸੀਸ ਵਾਰਿਆ ਸੀ, ਪਰ ਜੇ ਕਿਤੇ ਤੂੰ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ ਦੇਵੇਂ ਤਾਂ ਮੈਂ ਆਪਣਾ ਸਰਬੰਸ ਹੀ ਵਾਰ ਦਿਆਂਗਾ। ਭਾਵ ਕਲਗੀਧਰ ਜੀ ਨੂੰ ਆਪਣਾ ਸਰਬੰਸ ਭਾਈ ਦਇਆ ਸਿੰਘ ਕੋਲੋਂ ਅੰਮ੍ਰਿਤ ਲੈਣ ਦੇ ਮੁੱਲ ਵਜੋਂ ਵਾਰਨਾ ਪਿਆ ਸੀ। ਜੇ ਕਿਤੇ ਭਾਈ ਦਇਆ ਸਿੰਘ ਅੰਮ੍ਰਿਤ ਦੀ ਕੀਮਤ ਨਾ ਮੰਗਦੇ ਤਾਂ ਭਾਵੇਂ ਗੁਰੂ ਪਰਿਵਾਰ ਨੂੰ ਅਜਿਹੀ ਔਕੜ ਨਾ ਹੀ ਬਣਦੀ। ਸੋ ਗੁਰੂ ਪਰਿਵਾਰ ਦਾ ਅਸਲ ਕਾਤਲ ਭਾਈ ਦਇਆ ਸਿੰਘ ਹੈ। ਇਹ ਅਨਰਥ ਉਸ ਹੰਕਾਰ ਦੀ ਉਪਜ ਹੈ ਜਿਹੜਾ ਗੁਰਦਾਸ ਨਾਮੀ ਕਵੀ ਦੀ ਵਾਰ ਦੇ ਟੱਪੇ ਆਪੇ ਗੁਰਚੇਲਾ ਦੇ ਕਾਰਨ ਅੰਮ੍ਰਿਤਧਾਰੀ ਸਿੱਖ ਦੇ ਸਿਰ ਵਿੱਚ ਸੂਖਸ਼ਮ ਰੂਪ ਵਿੱਚ ਅਸ਼ੋਪਲੇ ਹੀ ਜਾ ਵੜਿਆ ਹੈ। ਫਿਰ ਕਿਸੇ ਨੇ ਲਿਖ ਦਿੱਤਾ ਕਿ ਸੰਗਤ 21 ਵਿਸਵੇ ਹੁੰਦੀ ਹੈ ਅਤੇ ਗੁਰੂ 20 ਵਿਸਵੇ ਹੈ। ਹੰਕਾਰ ਦਾ ਬੀਜ ਇੱਕ ਹੋਰ ਬੀਜਿਆ ਗਿਆ। ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਹੀ ਲੜਾਈ ਝਗੜੇ ਕਰਨੇ ਸਿੱਖ ਸੰਗਤ ਨੇ ਆਪਣਾ ਹੱਕ ਮੰਨ ਲਿਆ। ਗੁਰੂ ਤਾਂ ਹੈ ਹੀ ਨੀਵਾਂ, ਉਸ ਦੀ ਸ਼ਰਮ ਕਰਨ ਦੀ ਕੀ ਲੋੜ ਰਹਿ ਗਈ। ਅਖਬਾਰਾਂ ਵਿੱਚ ਵੀ ਇਹ ਖਬਰਾਂ ਛਪੀਆਂ ਕਿ ਪੰਥ ਦੀ ਸਰਬ ਉੱਚ ਪਦਵੀ 'ਤੇ ਬਿਰਾਜਮਾਨ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜਥੇਦਾਰੀ ਤੋਂ ਇਸ ਲਈ ਤਿਆਗ ਪੱਤਰ ਦੇਣਾ ਪੈ ਗਿਆ ਕਿਉਂਕਿ ਉਹਨਾਂ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਲੱਗੇ ਗੁਰੂ ਦਰਬਾਰ ਦੀ ਨਰਾਦਰੀ ਕਰਨ ਵਾਲਾ ਕੁਕਰਮ ਕੀਤਾ ਸੀ। ਜੇ ਜਥੇਦਾਰ ਸਾਹਿਬ ਗੁਰੂ ਦਰਬਾਰ ਨੂੰ ਆਪਣੇ ਨਾਲੋਂ ਨੀਵਾਂ ਸਮਝਣ ਲੱਗ ਪੈਣ ਤਾਂ ਆਮ ਸਿੱਖ ਉਹਨਾਂ ਤੋਂ 2 ਕਦਮ ਅੱਗੇ ਕਿਵੇਂ ਨਾ ਜਾਵੇਗਾ। ਆਪਣੇ ਗੁਰੂ ਨੂੰ ਗੁਰੂ ਦਾ ਹੀ ਗੁਰੂ ਸਮਝਣ ਵਾਲੇ ਅੰਮ੍ਰਿਤਧਾਰੀ
ਹਉਮੈ ਰੋਗ ਦੇ ਅਸਰ ਤੋਂ ਕੋਰੇ ਨਹੀਂ ਰਹਿ ਸਕਦੇ। ਮੂੰਹੋਂ ਬੇਸ਼ੱਕ ਭਾਵੇਂ ਆਪਣੇ ਆਪ ਨੂੰ ਦਾਸ ਹੀ ਕਹੀ ਜਾਂਦੇ ਹੋਣ, ਪਰ ਕਰਮ ਉਹਨਾਂ ਵਿੱਚੋਂ ਕਿਸੇ ਵਿਰਲੇ ਦਾ ਹੀ ਨਿਮਰਤਾ ਭਰਪੂਰ ਹੋਵੇਗਾ। ਫਿਰ ਹਉਮੈ ਦੇ ਰੋਗੀ ਅੰਮ੍ਰਿਤਧਾਰੀ ਨੇ ਜਿਨ੍ਹਾਂ ਨੂੰ ਅੰਮ੍ਰਿਤਪਾਨ ਕਰਵਾਉਣਾ ਹੈ, ਉਹਨਾਂ ਨੇ ਕਿੰਨੇ ਕੁ ਦਿਨ ਰਹਿਤ ਬਹਿਤ ਵਿੱਚ ਪੱਕੇ ਰਹਿਣਾ। ਹੰਕਾਰੀ ਦੇ ਹੱਥੋਂ ਅੰਮ੍ਰਿਤਪਾਨ ਕਰਨ ਵਾਲੇ ਹਉਮੈ ਰੋਗ ਤੋਂ ਕਿਵੇਂ ਬਚੇ ਰਹਿ ਸਕਦੇ ਹਨ? ਅੰਮ੍ਰਿਤ ਛਕਣ ਵਾਲਿਆਂ ਵਿੱਚੋਂ ਬਹੁਤਿਆਂ ਦਾ ਕਸ਼ਹਿਰਾ ਤੇ ਕਿਰਪਾਨ ਛੇਤੀ ਹੀ ਛਾਈ ਮਾਈ ਹੋ ਜਾਂਦੇ ਹਨ। ਹੰਕਾਰੀ ਮਨੁੱਖ ਵਿੱਚ ਹੋਰ ਐਬ ਵੀ ਆ ਡੇਰਾ ਲਾਉਂਦੇ ਹਨ। ਕਈ ਘਟਨਾਵਾਂ ਵਿੱਚੋਂ ਕੁਝ ਇਸ ਪ੍ਰਕਾਰ ਹਨ। ਨੰਬਰ 1, ਕੈਨੇਡਾ ਦੇ ਪ੍ਰਸਿੱਧ ਸ਼ਹਿਰ ਦੇ ਗੁਰੂ ਘਰ ਦਾ ਗ੍ਰੰਥੀ ਸਿੰਘ 1990-91 ਵਿੱਚ ਪਾਕਿਸਤਾਨ ਗਿਆ। ਦਿੱਲੀ ਦੇ ਜਿਸ ਗੁਰਸਿੱਖ ਪਰਿਵਾਰ ਨਾਲ ਪਹਿਲਾਂ ਤੋਂ ਗੱਲਬਾਤ ਚੱਲ ਰਹੀ ਸੀ, ਉਹ ਪਰਿਵਾਰ ਵੀ ਆਪਣੀ ਜਵਾਨ ਪੁੱਤਰੀ ਨੂੰ ਨਾਲ ਲੈ ਕੇ ਪੁੱਜ ਗਿਆ। ਚੜ੍ਹਦੀ ਕਲਾ ਵਾਲੇ ਬਾਣੇ ਵਿੱਚ ਫਾਬਰੇ ਅੰਮ੍ਰਿਤਧਾਰੀ ਸਿੰਘ ਨਾਲ ਦਿੱਲੀੋਂ ਪੁੱਜੀ ਬੀਬੀ ਜੀ ਦਾ ਆਨੰਦ ਕਾਰਜ ਕਰਨ ਲਈ ਲਾਹੌਰ, ਪਾਕਿਸਤਾਨ ਵਿਖੇ ਪੰਚਮ ਪਾਤਸ਼ਾਹ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਡੇਰਾ ਸਾਹਿਬ ਨੂੰ ਚੁਣਿਆ ਗਿਆ। ਕੈਨੇਡਾ ਤੋਂ ਨਾਲ ਗਏ ਨੀਂਗਰ ਗ੍ਰੰਥੀ ਜੀ ਦੇ ਅੰਮ੍ਰਿਤਧਾਰੀ ਮਿੱਤਰਾਂ ਦੇ ਕੀਰਤਨੇ ਜਥੇ ਨੇ ਆਨੰਦ ਕਾਰਜ ਦੀ ਰਸਮ ਪੂਰੀ ਕਰਵਾਈ। ਮਹੀਨੇ ਦੇ ਕਰੀਬ ਪਤੀ ਪਤਨੀ ਇਕੱਠੇ ਰਹੇ। ਕਿਸੇ ਕਾਨੂੰਨੀ ਅੜਚਨ ਕਾਰਨ ਬੀਬੀ ਜੀ ਪਾਕਿਸਤਾਨ ਤੋਂ ਸਿੱਧੇ ਕੈਨੇਡਾ ਨਾ ਆ ਸਕੇ। ਦਿੱਲੀ ਤੋਂ ਮੰਗਵਾ ਲੈਣ ਦੇ ਬਚਨ ਪੱਕੇ ਕਰਕੇ ਸਿੰਘਾਂ ਦਾ ਜਥਾ ਕੈਨੇਡਾ ਮੁੜ ਆਇਆ। ਸਿੰਘਾਂ ਦੇ ਜਿਸ ਜਥੇ ਨੇ ਇਹ ਆਨੰਦ ਕਾਰਜ ਕਰਾਇਆ ਸੀ, ਉਹ ਸਿੱਖ ਬੱਚਿਆਂ ਦੇ ਕੈਂਪ ਲਾਉਣ ਦੀ ਸੇਵਾ ਕਰਨ ਦੇ ਨਾਲ ਅੰਮ੍ਰਿਤ ਅਬਲਾਖੀਆਂ ਨੂੰ ਅੰਮ੍ਰਿਤ ਛਕਾਉਣ ਦਾ ਸਨਮਾਨਿਤ ਕਾਰਜ ਵੀ ਕਰਿਆ ਕਰਦਾ ਸੀ। ਨੀਂਗਰ ਸਿੰਘ ਜੀ ਨੇ ਉਸ ਬੀਬੀ ਨੂੰ ਕਿਸੇ ਗੱਲੋਂ ਆਪਣੇ ਲਈ ਠੀਕ ਨਾ ਸਮਝ ਕੇ ਉਸ ਨੂੰ ਕੈਨੇਡਾ ਮੰਗਵਾਉਣ ਦਾ ਖਿਆਲ ਬਦਲ ਲਿਆ। ਤਰਸੇਮ ਸਿੰਘ ਆਦਿ ਉਸ ਦੇ ਸਾਥੀ 5 ਪਿਆਰੇ ਨੇ ਹੁਕਮਨਾਮਾ ਲਿਖ ਕੇ ਅਖਬਾਰਾਂ ਨੂੰ ਭੇਜ ਦਿੱਤਾ ਕਿ ਉਹ 5 ਪਿਆਰੇ ਆਪਣਾ ਗੁਰੂ ਵਾਲਾ ਅਧਿਕਾਰ ਵਰਤ ਕੇ ਨੀਂਗਰ ਸਿੰਘ ਜੀ ਨੂੰ ਸ਼ਾਦੀ ਦੇ ਬੰਧਨਾਂ ਤੋਂ ਮੁਕਤ ਕਰਦੇ ਹਨ। ਜਿਸ ਬੱਚੀ ਦੀ ਸ਼ਾਦੀ ਸਤਿਗੁਰੂ ਗ੍ਰੰਥ ਸਾਹਿਬ ਜੀ ਨੇ ਕੀਤੀ ਸੀ, ਜਿਸ ਬੱਚੀ ਦੀ ਪਵਿੱਤਰਤਾ ਨੂੰ ਕਈ ਦਿਨ ਖਿਡੌਣਾ ਬਣਾਈ ਰੱਖਿਆ ਸੀ, ਉਸ ਦੁਖਿਆਰੀ ਬੀਬੀ ਦੇ ਪਤੀ ਵਾਲੇ ਹੱਕਾਂ ਨੂੰ ਦਸ਼ਮੇਸ਼ ਜੀ ਦੇ 5 ਹੰਕਾਰੀ ਪਿਆਰਿਆਂ ਨੇ ਰੱਦ ਘੋਸ਼ਿਤ ਕਰ ਦਿੱਤਾ। ਅਜਿਹੀ ਖਬਰ ਇੰਡੋ ਕੈਨੇਡੀਅਨ ਅਖਬਾਰ ਵਿੱਚ ਪੜ੍ਹ ਕੇ ਦਾਸ ਦਾ ਹਿਰਦਾ ਕੁਰਲਾ ਉੱਠਿਆ ਅਤੇ ਗੁਰਮਤਿ ਦੇ ਅਨੁਕੂਲ ਕੁਝ ਕਰੜੇ ਸ਼ਬਦਾਂ ਵਿੱਚ ਇੱਕ ਸਖਤ ਚਿੱਠੀ ਲਿਖ ਕੇ ਅਖਬਾਰਾਂ ਨੂੰ ਭੇਜ ਦਿੱਤੀ। ਉਸ ਚਿੱਠੀ ਨੂੰ ਵੀ ਭਾਈ ਤਾਰਾ ਸਿੰਘ ਹੀਰ ਨੇ ਆਪਣੀ ਅਖਬਾਰ ਵਿੱਚ ਛਾਪ ਦਿੱਤਾ। ਪਰ ਦਾਸ ਦਾ ਯਤਨ ਨਿਸਫਲ ਗਿਆ ਅਤੇ ਅੰਮ੍ਰਿਤਧਾਰੀ ਨੀਂਗਰ ਗ੍ਰੰਥੀ ਜੀ, ਜੋ ਹੋਰਨਾਂ ਨੂੰ ਵੀ ਅੰਮ੍ਰਿਤ ਛਕਾਉਣ ਦਾ ਉਪਕਾਰ ਕਰਿਆ ਕਰਦਾ ਸੀ, ਨੇ ਹੋਰ ਸ਼ਾਦੀ ਰਚਾ ਹੀ ਲਈ। ਇਹ ਉਸ ਅੰਮ੍ਰਿਤਧਾਰੀ ਧਰਮ ਆਗੂ ਦੀ ਤੀਜੀ ਮੈਰਿਜ ਸੀ। ਪਤੀ ਲਿਖਣਾ ਮਨ ਨਹੀਂ ਮੰਨਿਆ। ਨੰਬਰ 2, BC ਪ੍ਰਾਂਤ ਦੀ ਰਾਜਧਾਨੀ ਪ੍ਰਸਿੱਧ ਸ਼ਹਿਰ ਵਿਕਟੋਰੀਆ ਦੇ ਗੁਰੂ ਘਰ ਵਿੱਚ ਇੱਕ ਸਹਿਜਧਾਰੀ ਸੱਜਣ, ਜਿਸ ਦੀ ਉਮਰ 65-70 ਸਾਲ ਦੇ ਗੇੜ ਵਿੱਚ ਸੀ, ਪਰ ਮੂੰਹ ਸਿਰ ਤੇ ਵਾਲ ਪੂਰੀ ਤਰ੍ਹਾਂ ਰਗੜੀ ਰੱਖਦਾ ਸੀ, ਖੜਾ ਹੋ ਕੇ ਬੜੇ ਪਿਆਰ ਨਾਲ ਚਿਮਟਾ ਵਜਾਉਂਦਾ ਅਤੇ ਸ਼ਬਦ ਗਾਉਂਦਾ ਹੁੰਦਾ ਸੀ। ਦਾਸ ਨਾਲ ਉਸ ਦਾ ਨੇੜ ਬਣ ਗਿਆ। ਇੱਕ ਦਿਨ ਦਾਸ ਨੇ ਪੁੱਛਿਆ ਕਿ ਉਹ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਸਿੰਘ ਕਿਉਂ ਨਹੀਂ ਸੱਜ ਜਾਂਦਾ। ਉਸ ਨੇ ਅੱਗੋਂ ਇਉਂ ਹੀ ਹੱਡ ਬੀਤੀ ਕਹਿ ਸੁਣਾਈ, ਮੈਂ ਜਲੰਧਰ ਜ਼ਿਲ੍ਹੇ ਦੇ ਬੜੇ ਤਗੜੇ ਨਗਰ ਦਾ ਵਸਨੀਕ ਹਾਂ। ਸਾਡੀ ਜ਼ਮੀਨ ਪਿੰਡੋਂ ਹਟਵੀਂ ਪਰ ਸੜਕ ਦੇ ਕੰਢੇ 'ਤੇ ਸੀ। ਸਾਡੇ ਪਿੰਡ ਬੜਾ ਖੁੱਲ੍ਹਾ ਅਤੇ ਸੁੰਦਰ ਗੁਰਦੁਆਰਾ ਹੈ। ਦਿਨਵਾਰ ਨੂੰ ਮੈਂ ਗੁਰਦੁਆਰੇ ਪੁੱਜ ਕੇ ਸ਼ਬਦ ਜ਼ਰੂਰ ਪੜ੍ਹਦਾ ਹੁੰਦਾ ਸਾਂ। ਪਿੰਡ ਦਾ ਭਾਈ ਸਿਆਣਾ ਅਤੇ ਭਲਾ ਲੋਕ ਸੀ। ਉਸ ਨੇ ਸਾਨੂੰ ਪਿੰਡ ਵਾਸੀਆਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਆ ਤਾਂ ਅਸਾਂ ਕਈਆਂ ਗੱਭਰੂਆਂ ਨੇ ਨਾਮ ਲਿਖਾ ਦਿੱਤੇ। ਭਾਈ ਜੀ ਨੇ 5 ਪਿਆਰਿਆਂ ਦਾ ਪ੍ਰਬੰਧ ਕਰ ਲਿਆ ਅਤੇ ਅੰਮ੍ਰਿਤ ਛਕਾਉਣ ਦਾ ਦਿਨ ਮਿਥ ਲਿਆ। ਸ਼ਾਮ ਜਿਹੇ ਦਾ ਵੇਲਾ ਸੀ ਕਿ ਸੋਹਣੇ ਦਾੜੇ ਅਤੇ ਨੀਲੀ ਪੱਗ ਵਾਲਾ ਸਿੰਘ ਸਾਡੇ ਖੂਹ 'ਤੇ ਆਇਆ। ਕਿਰਪਾਨ ਪਾਈ ਵੇਖ ਕੇ ਮੈਂ ਆਦਰ ਨਾਲ ਮੰਜਾ ਢਾਹ ਦਿੱਤਾ। ਚਾਹ ਪਾਣੀ ਪੁੱਛਿਆ ਤਾਂ ਉਸ ਨੇ ਕਿਹਾ ਕਿ ਘਰ ਦੀ ਕੱਢੀ ਚੰਗੀ ਬੋਤਲ ਮਿਲ ਜਾਊ। ਮੈਂ ਉਸੇ ਹੀ ਰਾਤ ਬੜੀ ਵਧੀਆ ਸ਼ਰਾਬ ਬਣਾਈ ਸੀ। ਕਿਰਪਾਨ ਵਾਲੇ ਸਿੰਘ ਜੀ ਦੀ ਸੇਵਾ ਤਾਂ ਰੱਬ ਦੇਵੇ। ਮੈਂ ਪਹਿਲੇ ਤੋੜ ਦੀ ਬੋਤਲ ਲਿਆ ਅੱਗੇ ਰੱਖੀ। ਸਿੰਘ ਜੀ ਨੇ ਕਿਹਾ ਕਿ ਅਸਾਂ ਨਾਲ ਨਹੀਂ ਲੈ ਜਾਣੀ, ਬਸ ਇੱਥੇ ਹੀ ਭੋਗ ਲਾਉਣਾ ਹੈ। ਮੈਂ ਗਲਾਸੀ ਤੇ ਪਾਣੀ ਵੀ ਲਾਗੇ ਲਿਆ ਟਕਾਇਆ। 2-4 ਹਰੇ ਗੰਢੇ ਖੇਤ ਵਿੱਚੋਂ ਲਿਆ ਦਿੱਤੇ। ਮੈਂ ਪਸ਼ੂਆਂ ਨੂੰ ਲੈ ਕੇ ਪਿੰਡ ਆਉਣਾ ਸੀ। ਜਦ ਸਿੰਘ ਜੀ ਪੀਣ ਲੱਗ ਪਏ, ਮੈਂ ਕਿਹਾ ਰੋਟੀ ਲੈ ਕੇ ਹੁਣੇ ਮੁੜਦਾ। ਮੇਰੇ ਆਉਂਦਿਆਂ ਨੂੰ ਸਿੰਘ ਜੀ ਰੋਟੀ ਖਾਣ ਜੋਗੇ ਰਹੇ ਹੀ ਨਹੀਂ ਸਨ। ਅੱਧਿਓਂ ਵੱਧ ਬੋਤਲ ਖਾਲੀ ਕਰਕੇ ਮੂੰਹ ਦੇ ਮੂੰਹ ਮੰਜੀ 'ਤੇ ਪਏ
ਫੁਰਾਟੇ ਮਾਰ ਰਹੇ ਸਨ। ਬੜੇ ਤਰਲਿਆਂ ਨਾਲ ਜਗਾਇਆ, ਪਰ ਸਿੰਘ ਜੀ ਫਿਰ ਮੰਜੀ 'ਤੇ ਡਿੱਗ ਪਏ। ਅੱਸੂ ਦੇ ਦਿਨ ਸਨ। ਸਿੰਘ ਜੀ ਦੇ ਉੱਤੇ ਖੇਸੀ ਪਾ ਕੇ ਮੈਂ ਘਰ ਚਲਾ ਗਿਆ। ਤੜਕੇ ਦਹੀਂ ਦਾ ਛੰਨਾ ਤੇ ਮੱਖਣ ਦਾ ਪੇੜਾ ਰੱਖ ਸਿੰਘ ਜੀ ਦੀ ਸੇਵਾ ਸੱਦਰ ਨਾਲ ਖੂਹ 'ਤੇ ਪੁੱਜਾ। ਮੰਜੇ 'ਤੇ ਨਿਰੀ ਖੇਸੀ ਹੀ ਪਈ ਸੀ। ਸਿੰਘ ਜੀ ਪਤਾ ਨਹੀਂ ਕਿਹੜੇ ਦੇਸ਼ ਵੱਲ ਨੂੰ ਕੂਚ ਕਰ ਗਏ। ਉਸੇ ਦਿਨ ਅੰਮ੍ਰਿਤ ਪ੍ਰਚਾਰ ਸੀ। ਮੈਂ ਨਵੇਂ ਕਛਹਿਰੇ ਸੁਆਏ ਹੋਏ ਸਨ। ਛੋਟੀ ਕਿਰਪਾਨ ਵੀ ਬੜੇ ਸ਼ੌਂਕ ਨਾਲ ਲੈ ਆਇਆ ਸਾਂ। ਪੂਰੇ 3 ਵਜੇ 5 ਕਕਾਰਾਂ ਵਿੱਚ ਫੱਬ ਕੇ ਗੁਰਦੁਆਰੇ ਪੁੱਜਾ। ਹੌਲੀ ਹੌਲੀ 14-15 ਹੋਰ ਅੰਮ੍ਰਿਤ ਅਬਲਾਖੀ ਵੀ ਆ ਗਏ। ਗੁਰੂ ਘਰ ਦੇ ਦਰਵਾਜ਼ੇ 'ਤੇ ਇੱਕ ਸਿੰਘ ਬਸੰਤੀ ਕੱਪੜੇ ਪਾ ਕੇ ਜਿਵੇਂ ਪਹਿਰੇ 'ਤੇ ਖੜਾ ਹੋਵੇ। ਝੱਟ ਕੋ ਪਿੱਛੋਂ ਸਾਨੂੰ ਅੰਦਰ ਬੁਲਾ ਲਿਆ। ਵਾਰੀ ਵਾਰੀ ਮੱਥਾ ਟੇਕਿਆ ਤੇ ਬੈਠ ਗਏ। ਜਦੋਂ ਅੰਮ੍ਰਿਤ ਤਿਆਰ ਕਰਨ ਲੱਗੇ ਤਾਂ ਮੈਂ ਵੇਖਿਆ ਕਿ ਜਿਹੜਾ ਸਿੰਘ ਸਾਰੀ ਰਾਤ ਸਾਡੇ ਖੂਹ 'ਤੇ ਮੂੰਹ ਮੂੰਹ ਪਿਆ ਰਿਹਾ ਸੀ, ਉਹ 5 ਪਿਆਰਿਆਂ ਦਾ ਮੋਹਰੀ ਬਣਿਆ ਬੈਠਾ। ਜੇ ਇਹੋ ਜਿਹੇ 5 ਪਿਆਰੇ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਸਾਨੂੰ ਕਰੈਤਾਂ ਕਰਨੋਂ ਵਰਜਣਾ ਹੈ ਤਾਂ ਅਜਿਹੇ ਅੰਮ੍ਰਿਤ ਤੋਂ ਐਵੇਂ ਹੀ ਚੰਗਾ। ਮਹਾਰਾਜ ਦਾ ਸਤਿਕਾਰ ਕਰਦਿਆਂ ਵਾਧੂ ਰੌਲਾ ਤਾਂ ਨਾ ਪਾਇਆ, ਪਰ ਮੈਂ ਉਸੇ ਵੇਲੇ ਉੱਠ ਕੇ ਬਾਹਰ ਆ ਗਿਆ ਤੇ ਅਜਿਹਾ ਸਿਰ ਮੁਨਾ ਕੇ ਮੁੜ ਕੇਸ ਨਹੀਂ ਰੱਖੇ। ਨੰਬਰ 3, ਕੈਨੇਡਾ ਦੇ ਇੱਕ ਨਗਰ ਵਿੱਚ ਅੰਮ੍ਰਿਤ ਪ੍ਰਚਾਰ ਹੋਇਆ। 5 ਪਿਆਰਿਆਂ ਦੀ ਕਚਹਿਰੀ ਨੇ ਦੂਜੀ ਵਾਰ ਅੰਮ੍ਰਿਤ ਛਕਣ ਆਏ ਅੰਮ੍ਰਿਤ ਅਬਲਾਖੀਆਂ ਨੂੰ ਅੰਦਰ ਬੁਲਾਇਆ। ਅੰਦਰ ਜਾਣ ਵਾਲਿਆਂ ਵਿੱਚ ਕੇਵਲ ਇੱਕ ਬੀਬੀ ਹੀ ਸੀ। ਪਛਤਾਵੇ ਦੀ ਅੱਗ ਵਿੱਚ ਸੜਦੀ ਧਾਰਮਿਕ ਖਿਆਲਾਂ ਵਾਲੀ ਉਸ ਬੀਬੀ ਨੇ ਨਿਪੱਤਿਆਂ ਦੀ ਪੱਤ ਨਿਆਸਰਿਆਂ ਦੇ ਆਸਰੇ ਗੁਰੂ ਪਰਮੇਸ਼ਰ ਦਸ਼ਮੇਸ਼ ਜੀ ਦਾ ਹੀ ਰੂਪ ਜਾਣ ਕੇ 5 ਕਕਾਰਾਂ ਵਿੱਚ ਫੱਬੇ ਉਹਨਾਂ 5 ਸਿੰਘਾਂ ਨੂੰ ਆਪਣੀ ਪੱਤ ਦੇ ਰਾਖੇ ਅਰਦਾਸ ਵਿੱਚ ਦੂਜਿਆਂ ਦੇ ਗੁਨਾਹਾਂ ਨੂੰ ਦੇਖ ਕੇ ਅਣਡਿੱਠ ਕਰ ਦੇਣ ਵਾਲੇ ਸਿੰਘਾਂ ਦੀ ਯਾਦ ਤਾਜ਼ਾ ਕਰਵਾ ਕੇ ਸੰਗਤਾਂ ਨੂੰ ਦੂਜਿਆਂ ਦੇ ਗੁਨਾਹਾਂ 'ਤੇ ਪਰਦਾ ਪਾਉਣ ਦਾ ਉਪਦੇਸ਼ ਦੇਣ ਵਾਲੇ ਗੁਰੂ ਰੂਪ ਹੋ ਕੇ ਅੰਮ੍ਰਿਤ ਪਾਨ ਕਰਵਾ ਕੇ ਗੁਰੂ ਵਾਲਾ ਬਣਾਉਣ ਆਏ ਉਹਨਾਂ 5 ਸਿੰਘਾਂ ਨੂੰ ਦਸ਼ਮੇਸ਼ ਦਾ ਹੀ ਰੂਪ ਜਾਣ ਲਿਆ। ਪੂਰਨ ਭਰੋਸੇ ਅਤੇ ਪੱਕੇ ਵਿਸ਼ਵਾਸ ਨਾਲ 5 ਪਿਆਰਿਆਂ ਦੀ ਧਾਰਮਿਕ ਅਦਾਲਤ ਵਿੱਚ ਉਸ ਭੋਲੀ ਬੀਬੀ ਜੀ ਨੇ ਆਪਣੀ ਭੁੱਲ ਦਾ ਇਕਬਾਲ ਕਰ ਲਿਆ। ਹਟਕੋਰੇ ਭਰਦੀ ਗੁਰੂ ਦੀ ਉਸ ਬੇਟੀ ਨੇ ਦੱਸਿਆ ਕਿ ਕਾਮਵਸ ਹੋ ਕੇ ਉਹ ਪਰ ਪੁਰਸ਼ ਨਾਲ ਸੰਗ ਕਰਨ ਦੀ ਗੰਭੀਰ ਭੁੱਲ ਕਰ ਬੈਠੀ। 5 ਪਿਆਰਿਆਂ ਨੇ ਬੀਬੀ ਕੋਲੋਂ ਸਾਰੀ ਵਿਥਿਆ ਵਿਸਤਾਰ ਨਾਲ ਸੁਣੀ ਅਤੇ ਯੋਗ ਤਨਖਾਹ ਲਾ ਕੇ ਦੁਬਾਰਾ ਅੰਮ੍ਰਿਤ ਪਾਨ ਕਰਾ ਦਿੱਤਾ। ਜਦ ਜਥੇਦਾਰ ਜੀ ਨੇ ਬੀਬੀ ਨੂੰ ਇਹ ਕਿਹਾ ਕਿ ਉਹ ਅੱਜ ਤੋਂ ਫੇਰ ਦਸ਼ਮੇਸ਼ ਜੀ ਦੀ ਪੁੱਤਰੀ ਬਣ ਗਈ ਹੈ ਤਾਂ ਬੀਬੀ ਧੰਨ ਧੰਨ ਸਤਿਗੁਰ ਕਲਗੀਆਂ ਵਾਲਾ ਅਤੇ ਧੰਨ ਉਸਦੇ 5 ਪਿਆਰੇ ਪੁਕਾਰਦੀ ਨੇ ਧੰਨਵਾਦ ਵਿੱਚ ਸਿਰ ਨਵਾਇਆ। ਇਹ ਬਾਜਾਂ ਵਾਲੇ ਗੁਰੂ ਪਿਤਾ ਜੀਓ, ਤੁਹਾਡਾ ਕੋਟਾਨ ਕੋਟ ਧੰਨਵਾਦ। ਇਸ ਭੁੱਲੜ ਪਾਪਣ ਨੂੰ ਆਪਣੀ ਪੁੱਤਰ ਬਣਾ ਲੈਣ ਵਾਲੇ ਪਾਪ ਖੰਡਨ ਦਸ਼ਮੇਸ਼ ਜੀਓ ਤੂੰ ਧੰਨ ਹੈ। ਧੰਨ ਧੰਨ ਪੁਕਾਰਦੀ ਉਹ ਬੀਬੀ ਘਰ ਨੂੰ ਪਰਤ ਗਈ। ਪਰ ਵਿਚਾਰੀ ਉਸ ਬੀਬੀ ਦੀ ਇਹ ਖੁਸ਼ੀ ਛੇਤੀ ਹੀ ਕੀਰਨਿਆਂ ਵਿੱਚ ਬਦਲ ਗਈ। ਅੰਮ੍ਰਿਤ ਛਕਾਉਣ ਤੋਂ ਵਿਹਲੇ ਹੋ ਕੇ ਉਹਨਾਂ ਗੁਰੂ ਦਿਆਂ ਲਾਲਾਂ ਵਿੱਚੋਂ ਕਿਸੇ ਪਿਆਰੇ ਨੇ ਪਹਿਲਾ ਕੰਮ ਇਹ ਕੀਤਾ ਕਿ ਬੀਬੀ ਜੀ ਦੇ ਪਤੀ ਨੂੰ ਮਿਲ ਕੇ ਬੀਬੀ ਕੋਲੋਂ ਸੁਣੀ ਸਾਰੀ ਗੱਲ ਅਜਿਹੇ ਢੰਗ ਨਾਲ ਦੱਸੀ ਕਿ ਆਪਣਾ ਦੋਸ਼ ਮੰਨ ਕੇ ਪਛਤਾਵਾ ਕਰਨ ਵਾਲੀ ਆਪਣੀ ਸੁਹਿਰਦ ਪਤਨੀ ਉਸ ਨੂੰ ਵੱਡੀ ਵੱਧ ਚਲਣ ਹੋਦੇ ਸੀ। ਚੰਗੇ ਭਲੇ ਸੁਖੀ ਵਸਦੇ ਘਰ ਨੂੰ ਬਰਬਾਦ ਕਰਕੇ ਰੱਖ ਦਿੱਤਾ। 5 ਪਿਆਰਿਆਂ ਦੀ ਇਹ ਵਿਸ਼ਵਾਸਘਾਤੀ ਕਰਤੂਤ ਕਈ ਦਿਨ ਲੋਕਾਂ ਦੀ ਦੰਦ ਕਥਾ ਬਣੀ ਰਹੀ। ਅਜਿਹੇ ਪਿਆਰਿਆਂ ਕੋਲੋਂ ਅੰਮ੍ਰਿਤ ਪਾਨ ਕਰਨ ਵਾਲਿਆਂ ਨੇ ਕਿੰਨੇ ਕੁ ਸਿੱਦਕੀ ਸਿੰਘ ਅਤੇ ਕਥਨੀ ਕਰਨੀ ਦੇ ਸੂਰੇ ਮਨੁੱਖ ਬਣਨਾ ਹੈ। ਇਸੇ ਲਈ ਗੁਰਮਤਿ ਅਨੁਸਾਰ ਜੀਵਨੀ ਬਣਾਉਣ 'ਤੇ ਸਾਰਾ ਜ਼ੋਰ ਲਾਉਣ ਦੀ ਲੋੜ ਹੈ। ਅੰਮ੍ਰਿਤਧਾਰੀ ਬਣਨ ਤੋਂ ਪਹਿਲਾਂ ਗੁਰਮਤਿ ਸੰਬੰਧੀ ਵੱਧ ਤੋਂ ਵੱਧ ਜਾਣਕਾਰੀ ਹੋਣੀ ਬੜਾ ਜ਼ਰੂਰੀ ਹੈ। ਐਵੇਂ ਵੰਨਗੀ ਮਾਤਰ ਇਹ ਉਦਾਹਰਨਾਂ ਕੇਵਲ ਪੰਥ ਦੇ ਜਥੇਦਾਰ ਦੀ ਨੀਂਦ ਤੋੜਨ ਦਾ ਉਪਰਾਲਾ ਹੈ। ਉਂਝ ਜੋ ਕੁਝ ਹੋ ਰਿਹਾ ਉਸ ਦਾ ਵੇਰਵਾ ਲਿਖਣਾ ਅਸੰਭਵ ਬਣ ਚੁੱਕਾ ਹੈ। ਜੇ ਪੰਥਕ ਤੌਰ 'ਤੇ ਗੁਰਮਤਿ ਪ੍ਰਚਾਰ ਦੇ ਬੜੇ ਖੁੱਲ੍ਹੇ ਅਤੇ ਅਸਰਦਾਰ ਪ੍ਰਬੰਧ ਨਾ ਕੀਤੇ ਗਏ ਤਾਂ ਮਾਇਆ ਦੀ ਉਗਰਾਈ ਲਈ ਬਣੇ ਕਥਿਤ ਧਰਮ ਪ੍ਰਚਾਰਕਾਂ ਦੁਆਰਾ ਅਤੇ ਡੇਰਾਵਾਦੀ ਅਖੌਤੀ ਸੰਤ ਟੋਲਿਆਂ ਦੁਆਰਾ ਗੁਰਮਤਿ ਤੋਂ ਅਗਿਆਨੀ ਸਿੱਖ ਨੌਜਵਾਨ ਜਿਸ ਪਾਸੇ ਨੂੰ ਪ੍ਰੇਰਿਆ ਜਾ ਰਿਹਾ ਹੈ, ਡਰ ਹੈ ਕਿ ਉਸ ਤੋਂ ਛੇਤੀ ਹੀ ਖਾਲਸਾ ਜੀ ਦੀ ਰਹਿੰਦੀ ਨੁਹਾਰ ਵੀ ਬਦਲ ਦੇਵੇਗਾ। ਵੇਲ ਪഞ്ഞਾਇਆ ਕੱਤ ਬੁਣਾਇਆ, ਕੱਟ ਕੁੱਟ ਕਰ ਖੁੰਭ ਚੜਾਇਆ, ਲੋਹਾ ਵੱਡੇ ਦਰਜੀ ਪਾੜੇ, ਸੂਈ ਧਾਗਾ ਸੀਵੈ, ਇਉਂ ਪੱਤ ਪਾਟੀ ਸਿਫਤੀ ਸੀਪੈ, ਨਾਨਕ ਜੀਵਤ ਜੀਵੈ, ਹੋਏ ਪੁਰਾਣਾ ਕੱਪੜ ਪਾਟੈ, ਸੂਈ ਧਾਗਾ ਗੰਢੈ, ਮਹਾਂ ਪੱਖ ਕੇ ਚੱਲੇ ਨਹੀਂ,
ਘੜੀ ਮੋਹਤ ਕਿ ਛੰਡੈ। ਸੱਚ ਪੁਰਾਣਾ ਹੋਵੇ ਨਹੀਂ, ਸੀਤਾ ਕਦੇ ਨਾ ਪਾਟੈ। ਨਾਨਕ ਸਾਹਿਬ ਸੱਚੋ ਸੱਚਾ, ਟਿਚਰ ਜਾਪੀ ਜਾਪੈ। ਪੰਨਾ 956। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 5ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 7ਵੇਂ ਕਾਂਡ ਦਾ ਤੀਜਾ ਭਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।